ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਭਾਰਤੀ ਯਾਤਰੀਆਂ ਨੂੰ ਮਿਲੀ ਰਾਹਤ। ਸਰਕਾਰ ਨੇ ਟੈਸਟ ਵਿੱਚ ਕੀਤਾ ਰਾਹਤ ਦਾ ਐਲਾਨ। ਟਰੱਕ ਵਾਲਿਆਂ ਦਾ ਪ੍ਰਦਰਸ਼ਨ ਜਾਰੀ। ਜਾਣੋ ਇਸ ਬਾਰੇ ਤਾਜ਼ਾ ਅਪਡੇਟ। ਕੈਨੇਡਾ ਵਾਸੀ ਹੋ ਜਾਓ ਤਿਆਰ, ਗੈਸ ਦੀਆਂ ਕੀਮਤਾਂ ਵਿੱਚ ਹੋ ਸਕਦਾ ਹੈ ਵਾਧਾ। ਸਨਵਿੰਗ ਫਲਾਈਟ ਪਾਰਟੀ ਮਾਮਲਾ, ਜਾਣੋ ਕਿਸਨੇ ਮੰਗੀ ਮੁਆਫੀ। ਪਾਬੰਦੀਆਂ ਹਟਾਉਣ ਲੱਗੇ ਸੂਬੇ, ਜਾਣੋ ਕੀ ਹੈ ਇਸ ਦੀ ਜਾਣਕਾਰੀ। ਭਾਰਤ ਤੋਂ ਕੈਨੇਡਾ ਜਾਣ ਵਾਲੀ ਯਾਤਰੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਸਰਕਾਰ ਵੱਲੋਂ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪਹਿਲਾਂ ਜਿਹੜੀ ਯਾਤਰੀ ਕੈਨੇਡਾ ਇਨਡਾਇਰੈਕਟ ਅਤੇ ਡਾਇਰੈਕਟ ਫਲਾਈਟਸ ਦੇ ਰਾਹੀਂ ਜਾ ਰਹੇ ਸਨ, ਉਹਨਾਂ ਨੂੰ ਦਿੱਲੀ 에ਅਰਪੋਰਟ ਦੇ ਉੱਪਰ ਟੈਸਟ ਕਰਵਾਉਣਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਹ ਰਾਹਤ ਜਿਹੜੀ ਹੈ ਕੈਨੇਡਾ ਸਰਕਾਰ ਵੱਲੋਂ ਦਿੱਤੀ ਗਈ ਹੈ, ਪਰ ਇਸ ਵਾਸਤੇ ਹੁਣ ਕਿਹੜੀ ਸ਼ਰਤ ਹੈ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਭਾਰਤ ਤੋਂ ਕੈਨੇਡਾ ਆਉਣ ਵਾਲੀ ਯਾਤਰੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਇਹ ਰਾਹਤ ਕੋਵਿਡ-19 PCR ਟੈਸਟ ਨਾਲ ਜੁੜੀ ਹੋਈ ਹੈ। ਦੱਸੀਏ ਕਿ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਭਾਰਤ ਤੋਂ ਆਉਣ ਵਾਲੇ ਯਾਤਰੀ ਨੇ ਉਹਨਾਂ ਨੂੰ ਯਾਤਰਾ ਤੋਂ ਪਹਿਲਾਂ ਦਿੱਲੀ 에ਅਰਪੋਰਟ ਦੇ ਉੱਪਰ ਟੈਸਟ ਕਰਾਉਣਾ ਜ਼ਰੂਰੀ ਹੋਏਗਾ, ਪਰ ਹੁਣ ਇਸ ਸ਼ਰਤ ਨੂੰ ਕੈਨੇਡਾ ਸਰਕਾਰ ਵੱਲੋਂ ਵਾਪਸ ਲਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਕ ਫਰਵਰੀ 1 ਤੋਂ ਜਿਹੜੇ ਯਾਤਰੀ ਭਾਰਤ ਤੋਂ ਆਉਣਗੇ, ਹੁਣ ਉਹਨਾਂ ਨੂੰ ਦਿੱਲੀ 에ਅਰਪੋਰਟ ਦੇ ਉੱਪਰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਜਿਹੜੇ ਯਾਤਰੀ ਭਾਰਤ ਤੋਂ ਆਉਣਗੇ ਅਜੇ ਵੀ ਉਹਨਾਂ ਵਾਸਤੇ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ। ਇਹ ਰਿਪੋਰਟ ਕਿਸੇ ਵੀ ICMR ਲੈਬੋਰੇਟਰੀ ਦੀ ਹੋ ਸਕਦੀ ਹੈ। ਅਜਿਹੀ ਰਾਹਤ ਸਰਕਾਰ ਵੱਲੋਂ ਮੋਰੋਕੋ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਦਿੱਤੀ ਗਈ ਹੈ। ਇਹ ਸ਼ਰਤ ਮੋਰੋਕੋ ਤੇ ਭਾਰਤ ਤੋਂ ਆਉਣ ਵਾਲੇ ਉਹਨਾਂ ਯਾਤਰੀਆਂ ਦੇ ਉੱਪਰ ਲਾਗੂ ਹੁੰਦੀ ਹੈ ਜਿਹੜੇ ਡਾਇਰੈਕਟ ਅਤੇ ਇਨਡਾਇਰੈਕਟ ਰੂਟਸ ਦੇ ਰਾਹੀਂ ਕੈਨੇਡਾ ਦਾਖਲ ਹੋਣਗੇ। ਉਧਰ ਦੂਜੇ ਪਾਸੇ ਇੰਗਲੈਂਡ ਵੱਲੋਂ ਕੋਰੋਨਾ ਵਾਇਰਸ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਫਰਵਰੀ 11 ਤੋਂ ਸਾਰੀਆਂ ਯਾਤਰਾ ਸੰਬੰਧੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਇਹ ਰਾਹਤ ਉਹਨਾਂ ਯਾਤਰੀਆਂ ਵਾਸਤੇ ਹੋਵੇਗੀ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਕੀਤੀ ਹੋਈ ਹੈ। ਸਰਕਾਰ ਵੱਲੋਂ ਜੋ ਟਰੱਕ ਡਰਾਈਵਰਸ ਵਾਸਤੇ ਵੈਕਸੀਨੇਸ਼ਨ ਲਾਜ਼ਮੀ ਕੀਤੀ ਗਈ, ਇਸ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਟਰੱਕ ਡਰਾਈਵਰਸ ਲਗਾਤਾਰ ਆਟਵਾ ਦੇ ਵਿੱਚ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਵਾਲੇ ਦਿਨ, ਯਾਨੀ ਕਿ ਸ਼ਨੀਵਾਰ ਸਵੇਰ ਨੂੰ ਟਰੱਕ ਡਰਾਈਵਰਸ ਦਾ ਵੱਡਾ ਕਾਫਲਾ ਆਟਵਾ ਦੇ ਵਿੱਚ ਪਹੁੰਚ ਜਾਵੇਗਾ। ਇਸ ਬਾਰੇ ਤਾਜ਼ਾ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਵੱਡੀ ਗਿਣਤੀ ਅੰਦਰ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹ ਟਰੱਕਾਂ ਦਾ ਕਾਫਲਾ ਹੁਣ ਆਟਵਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਦੱਸੀਏ ਕਿ ਫੈਡਰਲ ਸਰਕਾਰ ਵੱਲੋਂ ਜੋ ਵੈਕਸੀਨੇਸ਼ਨ ਟਰੱਕ ਡਰਾਈਵਰਸ ਲਈ ਲਾਜ਼ਮੀ ਕੀਤੀ ਗਈ ਹੈ, ਇਸ ਦਾ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਜਿਹੇ ਵਿੱਚ ਰੋਜ਼ ਕਾਫਲਾ ਵੀਕਐਂਡ ਦੌਰਾਨ ਆਟਵਾ ਪਹੁੰਚ ਜਾਵੇਗਾ। ਜ਼ਿਕਰਯੋਗ ਹੈ ਕਿ ਟਰੱਕ ਡਰਾਈਵਰਸ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਸ ਬਾਰੇ ਫੈਡਰਲ ਸਰਕਾਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਪ੍ਰਦਰਸ਼ਨ ਨੂੰ ਗਲਤ ਦੱਸਿਆ ਜਾ ਰਿਹਾ ਹੈ। ਇਸ ਬਾਰੇ ਫੈਡਰਲ ਹੈਲਥ ਮਿਨਿਸਟਰ ਦਾ ਵੀ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੁਸ਼ਮਣ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਕੋਵਿਡ-19 ਹੈ ਅਤੇ ਇਸ ਦੁਸ਼ਮਣ ਨਾਲ ਲੜਨ ਦਾ ਸਭ ਤੋਂ ਉੱਤਮ ਸਾਧਨ ਵੈਕਸੀਨੇਸ਼ਨ ਹੈ। ਹੁਣ ਜਿਨ੍ਹਾਂ ਵੱਲੋਂ ਲਾਜ਼ਮੀ ਕੋਵਿਡ-19 ਵੈਕਸੀਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ ਜਾਂ ਜਦੋਂ ਤੱਕ ਸਰਕਾਰ ਕਿਸੇ ਤਰੀਕੇ ਅਸਤੀਫਾ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਜਿਹੜੇ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀਆਂ ਕਤਾਰਾਂ ਆਟਵਾ ਦੇ ਪਾਰਲੀਮੈਂਟ ਹਿੱਲ ਇਲਾਕੇ ਦੇ ਨੇੜੇ ਸੜਕਾਂ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਬੰਧਕਾਂ ਦਾ ਇਸ ਬਾਰੇ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਨੂੰ ਇਹ ਕਾਫਲਾ ਆਟਵਾ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਦੱਸੀਏ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਟਰੱਕਰਸ ਨਾਲ ਮੁਲਾਕਾਤ ਕੀਤੀ ਗਈ ਅਤੇ ਉਹ ਵੀ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਦੇ ਹਨ। ਇਸ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲਸ ਟਰੱਕਰਸ ਨੂੰ ਬਦਨਾਮ ਕਰ ਰਹੇ ਹਨ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮੁੱਠੀ ਭਰ ਘੱਟ ਗਿਣਤੀ ਵੀ ਦੱਸ ਚੁੱਕੇ ਨੇ। ਕੈਨੇਡਾ ਵਾਸੀ ਤਿਆਰ ਹੋ ਜਾਣ, ਕਿਉਂਕਿ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਜੇਬਾਂ ਦੇ ਉੱਪਰ ਬੋਝ ਪੈਣ ਵਾਲਾ ਹੈ। ਦਰਅਸਲ ਕਈ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ ਵੱਧ ਜਾਣਗੀਆਂ। ਕਿਹੜੇ ਹਿੱਸੇ ਬਾਰੇ ਕੀ ਜਾਣਕਾਰੀ ਹੈ ਤੁਹਾਨੂੰ ਅਸੀਂ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਵਾਸੀ ਤਿਆਰ ਹੋ ਜਾਣ, ਕਿਉਂਕਿ ਇੱਕ ਵਾਰ ਫਿਰ ਤੋਂ ਉਹਨਾਂ ਦੀ ਜੇਬ ਦੇ ਉੱਪਰ ਭਾਰੀ ਬੋਝ ਪੈਣ ਵਾਲਾ ਹੈ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਗੈਸ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਇਹ ਜਾਣਕਾਰੀ ਓਨਟਾਰੀਓ ਅਤੇ ਕਿਊਬੈਕ ਤੋਂ ਸਾਹਮਣੇ ਆਈ ਹੈ, ਜਿੱਥੇ ਗੈਸ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਰਿਕਾਰਡ ਤੋੜ ਸਕਦੀਆਂ ਨੇ। ਜੋ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਮੌਂਟਰੀਅਲ ਵਿੱਚ ਇਸ ਦੀਆਂ ਕੀਮਤਾਂ 161.9 ਦੇ ਉੱਪਰ
ਗ੍ਰੇਟਰ ਟੋਰਾਂਟੋ ਏਰੀਆ ਵਿੱਚ 151.9 ਪ੍ਰਤੀ ਲੀਟਰ ਦੇ ਹਿਸਾਬ ਨਾਲ ਹਿੱਟ ਕਰ ਸਕਦੀਆਂ ਨੇ। ਕੈਲਗਰੀ ਵਿੱਚ ਗੈਸ ਦੀਆਂ ਕੀਮਤਾਂ ਬਾਰੇ 139.9, ਵਿਨੀਪੈਗ ਵਿੱਚ ਵੀ 139.9, ਐਡਮਿੰਟਨ ਵਿੱਚ 136.9, ਰਜਾਈਨਾ ਵਿੱਚ 137.9 ਤੇ ਵੈਨਕੂਵਰ ਦੇ ਵਾਸਤੇ ਗੈਸ ਦੀਆਂ ਕੀਮਤਾਂ ਸੰਬੰਧੀ 169.9 ਦਾ ਅੰਦਾਜ਼ਾ ਲਗਾਇਆ ਗਿਆ ਹੈ। ਸਨਵਿੰਗ ਫਲਾਈਟ ਦੇ ਉੱਪਰ ਜੋ ਪਾਰਟੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਜੋ ਆਰਗੇਨਾਈਜ਼ਰ ਸਨ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਹੈ। ਜੋ ਇਸ ਵੀਡੀਓ ਜਾਣੀ ਕਿ ਜੋ ਵੀਡੀਓ ਵਾਇਰਲ ਹੋਈ ਸੀ ਉਸ ਵਿੱਚ ਜੋ ਕੁਝ ਵੀ ਦੇਖਣ ਨੂੰ ਮਿਲਿਆ ਇਸ ਬਾਰੇ ਵੀ ਦੱਸਦੇ ਹੋਏ ਉਹ ਨਜ਼ਰ ਆਏ। ਕੀ ਕਹਿਣਾ ਹੈ ਉਹਨਾਂ ਦਾ, ਕਿਉਂ ਮੁਆਫੀ ਮੰਗੀ ਗਈ ਹੈ ਤੇ ਕੀ ਕਿਹਾ ਹੈ ਉਹਨਾਂ ਨੇ, ਜਾਣੋ ਇਸ ਖਬਰ ਰਾਹੀਂ। ਸਨਵਿੰਗ ਫਲਾਈਟ ਵਿੱਚ ਜੋ ਪਾਰਟੀ ਹੋਈ ਉਹ ਕਾਫੀ ਚਰਚਾ ਦਾ ਵਿਸ਼ਾ ਰਹੀ ਤੇ ਇਸ ਦੇ ਆਯੋਜਕਾਂ ਵੱਲੋਂ ਹੁਣ ਮੁਆਫੀ ਮੰਗੀ ਗਈ ਹੈ। ਜੀ ਹਾਂ, ਮੌਂਟਰੀਅਲ ਤੋਂ ਮੈਕਸੀਕੋ ਦੀ ਸਨਵਿੰਗ 에ਅਰਲਾਈਨ ਦੀ ਫਲਾਈਟ ਵਿੱਚ ਜੋ ਪਾਰਟੀ ਹੋਈ ਉਸ ਦੇ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ 에ਅਰਲਾਈਨ ਦੇ ਉੱਪਰ ਉਹਨਾਂ ਵੱਲੋਂ ਮੁਕੱਦਮਾ ਦਰਜ ਕਰਵਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਹ ਇਸ ਕਰਕੇ ਕਿਉਂਕਿ ਉਹਨਾਂ ਦੱਸਿਆ ਕਿ 에ਅਰਲਾਈਨ ਨੇ ਇਸ ਗਰੁੱਪ ਨੂੰ ਮੈਕਸੀਕੋ ਤੋਂ ਵਾਪਸ ਕੈਨੇਡਾ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਬਾਰੇ ਸਾਰੀ ਜਾਣਕਾਰੀ ਜੇਮਸ ਵੱਲੋਂ ਨਿਊਜ਼ ਕਾਨਫਰੰਸ ਦੇ ਰਾਹੀਂ ਸਾਂਝੀ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸਨਵਿੰਗ 에ਅਰਲਾਈਨ ਨੇ ਕਿਊਬੈਕ ਦੇ ਗਰੁੱਪ ਨੂੰ ਵਿਦੇਸ਼ ਵਿੱਚ ਛੱਡ ਦਿੱਤਾ ਸੀ ਅਤੇ ਉਨ੍ਹਾਂ ਵੱਲੋਂ ਆਪਣੇ ਐਗਰੀਮੈਂਟ ਦੀ ਪਾਲਣਾ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ 30 ਦਸੰਬਰ ਦੀ ਹੈ, ਇਸ ਦੌਰਾਨ 에ਅਰਲਾਈਨ ਦੀ ਫਲਾਈਟ ਵਿੱਚ ਕਈ ਸਵਾਰੀਆਂ ਵੱਲੋਂ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇਸ ਤੋਂ ਇਲਾਵਾ ਯਾਤਰੀ ਸੀਟਾਂ ਦੇ ਉੱਪਰ ਨੱਚਦੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਵੱਲੋਂ ਫਿਜ਼ੀਕਲ ਡਿਸਟੈਂਸਿੰਗ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ। ਵੀਡੀਓ ਵਿੱਚ ਯਾਤਰੀ ਵੋਡਕਾ ਦੀ ਬੋਤਲ ਨੂੰ ਦੂਸਰਿਆਂ ਦੇ ਨਾਲ ਸਾਂਝੀ ਕਰਦੇ ਹੋਏ ਵੀ ਦਿਖਾਈ ਦਿੱਤੇ ਸਨ। ਇਸ ਬਾਰੇ ਜਹਾਜ਼ ਦੇ ਚਾਰਟਰ ਨੇ ਕਿਹਾ ਸੀ ਕਿ ਯਾਤਰੀ ਕੁਝ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਕੁਝ ਕਿਊਬਿਕ ਰਿਐਲਿਟੀ ਟੈਲੀਵਿਜ਼ਨ ਸ਼ੋਅ ਦੇ ਮੈਂਬਰ ਸਨ। ਇਸ ਬਾਰੇ ਜੇਮਸ ਨੇ ਕਿਹਾ ਕਿ ਉਹਨਾਂ ਨੂੰ ਇਸ ਆਯੋਜਨ ਦਾ ਕੋਈ ਪਛਤਾਵਾ ਨਹੀਂ, ਪਰ ਵੀਡੀਓ ਵਿੱਚ ਜੋ ਨਜ਼ਰ ਆਇਆ ਇਸ ਵਾਸਤੇ ਉਹਨਾਂ ਵੱਲੋਂ ਮੁਆਫੀ ਮੰਗੀ ਗਈ। ਕਿਊਬੈਕ ਵੱਲੋਂ ਆਪਣੇ ਤਾਜ਼ਾ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਕਿਊਬੈਕ ਵੱਲੋਂ ਜੋ ਡਰਾਅ ਕੱਢਿਆ ਗਿਆ ਇਸ ਵਿੱਚ 500 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾਅ ਬਾਰੇ ਹੋਰ ਕੀ ਡੀਟੇਲ ਸਾਹਮਣੇ ਆਈ ਹੈ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਪ੍ਰੋਵਿੰਸ ਕਿਊਬੈਕ ਵੱਲੋਂ ਆਪਣੇ ਅਰੀਮਾ ਡਰਾਅ ਦਾ ਐਲਾਨ ਕੀਤਾ ਗਿਆ। ਇਸ ਸਾਲ 2022 ਦਾ ਪਹਿਲਾ ਅਰੀਮਾ ਡਰਾਅ ਸੀ ਜਿਸ ਵਿੱਚ 500 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਕਿਊਬੈਕ ਵੱਲੋਂ ਇਹ ਡਰਾਅ ਜਨਵਰੀ 13 ਨੂੰ ਐਲਾਨ ਕੀਤਾ ਗਿਆ ਜਿਸ ਵਿੱਚ 512 ਸਕਿਲਡ ਵਰਕਰਸ ਨੂੰ PR ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਜਿਹੜੇ ਉਮੀਦਵਾਰਾਂ ਨੂੰ ਇਸ ਡਰਾਅ ਵਿੱਚ ਇਨਵੀਟੇਸ਼ਨ ਹਾਸਿਲ ਹੋਈ ਉਹਨਾਂ ਕੋਲ ਘੱਟੋ-ਘੱਟ 602 ਸਕੋਰਸ ਦੀ ਜ਼ਰੂਰਤ ਰਹੀ। ਇਸ ਤੋਂ ਇਲਾਵਾ ਉਮੀਦਵਾਰ ਜਿਹੜੇ ਕਿ 21 ਟਾਰਗੇਟ ਆਕਿਊਪੇਸ਼ਨਸ ਦੇ ਨਾਲ ਸੰਬੰਧਿਤ ਸਨ ਉਹਨਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਗਏ ਤੇ ਇਹ ਕਾਰੋਬਾਰ ਕੁਝ ਇਸ ਪ੍ਰਕਾਰ ਹਨ: ਕੰਪਿਊਟਰ ਐਂਡ ਇਨਫੋਰਮੇਸ਼ਨ ਸਿਸਟਮਸ ਮੈਨੇਜਰਸ, ਕੰਪਿਊਟਰ ਇੰਜੀਨੀਅਰਸ, information systems analyst and consultants, database analyst and data administrators, software engineers and designers, computer programmers and interactive media developer, web designers and developers, electrical and electronics engineering technologist and technician, computer network technicians, user support technicians, information systems testing technicians, registered nurses, licensed practical nurses, nurses aides, orderlies and patient service associates, secondary school teachers, elementary school and kindergarten teachers, early childhood educators and assistants, producer, director, choreographers and related occupations, graphic arts technicians, graphic designers and illustrators, technical sales specialist, wholesale trade। ਇਸ ਤੋਂ ਇਲਾਵਾ ਦੱਸ ਦਈਏ ਕਿ ਕਿਊਬੈਕ ਵੱਲੋਂ 2021 ਦੌਰਾਨ ਜਿੰਨੇ ਵੀ ਇਨਵੀਟੇਸ਼ਨ ਐਲਾਨ ਕੀਤੇ ਗਏ ਉਸ ਵਿੱਚ 3564 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ। ਓਨਟਾਰੀਓ ਸੂਬੇ ਵੱਲੋਂ ਆਪਣੇ ਤਾਜ਼ਾ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਵਿੱਚ 1000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਬਾਰੇ ਕਿਊਬੈਕ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਉਮੀਦਵਾਰਾਂ ਵਾਸਤੇ ਕਿੰਨੇ ਸਕੋਰਸ ਦੀ ਜ਼ਰੂਰਤ ਸੀ ਤੇ ਹੋਰ ਕੀ ਸ਼ਰਤਾਂ ਸਨ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਵਿੱਚ 1000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਓਨਟਾਰੀਓ ਵੱਲੋਂ ਜੋ ਤਾਜ਼ਾ PNP ਡਰਾਅ ਕੱਢਿਆ ਗਿਆ ਉਸ ਵਿੱਚ 1032 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਇਹ ਡਰਾਅ ਓਨਟਾਰੀਓ ਵੱਲੋਂ 27 ਜਨਵਰੀ ਨੂੰ ਕੱਢਿਆ ਗਿਆ ਜਿੱਥੇ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਹੋਏ ਉਹ ਸੱਦੇ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡਸ ਸਟਰੀਮ ਅਧੀਨ ਸਨ। ਇਸ ਡਰਾਅ ਵਿੱਚ ਇਨਵੀਟੇਸ਼ਨ ਲੈਣ ਲਈ ਉਮੀਦਵਾਰਾਂ ਕੋਲ 381 ਤੋਂ 441 ਦੇ ਵਿਚਕਾਰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਦੀ ਜ਼ਰੂਰਤ ਰਹੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਓਨਟਾਰੀਓ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਜਿਨ੍ਹਾਂ ਵੱਲੋਂ ਜਨਵਰੀ 27 2021 ਅਤੇ ਜਨਵਰੀ 27 2022 ਦੇ ਦਰਮਿਆਨ ਆਪਣੀ ਪ੍ਰੋਫਾਈਲ ਜਮ੍ਹਾਂ ਕਰਵਾਈ ਗਈ ਸੀ। ਹੁਣ ਸੱਦਾ ਹਾਸਲ ਹੋਣ ਵਾਲੇ ਉਮੀਦਵਾਰਾਂ ਕੋਲ 45 ਦਿਨ ਦਾ ਸਮਾਂ ਹੈ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰ ਸਕਣ। ਜ਼ਿਕਰਯੋਗ ਹੈ ਕਿ ਓਨਟਾਰੀਓ ਵੱਲੋਂ ਜੋ PNP ਡਰਾਅ ਕੱਢਿਆ ਗਿਆ ਇਸ ਸਾਲ 2022 ਦਾ ਪਹਿਲਾ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟਰੀਮ ਅਧੀਨ ਕੱਢਿਆ ਗਿਆ ਡਰਾਅ ਸੀ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਓਨਟਾਰੀਓ ਵੱਲੋਂ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਰਿਕਾਰਡ ਬਣਾਇਆ ਗਿਆ, ਜਿੱਥੇ ਉਹਨਾਂ ਵੱਲੋਂ ਨਿਰਧਾਰਿਤ ਉਮੀਦਵਾਰਾਂ ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਸਾਲ 2021 ਦੌਰਾਨ ਜਿੰਨੇ ਇਨਵੀਟੇਸ਼ਨ ਕੱਢੇ ਗਏ ਉਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਜ਼ਿਆਦਾ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਸਨ। ਇਸ ਬਾਰੇ ਬਾਕੀ ਜਾਣਕਾਰੀ ਜਾਣੋ ਇਸ ਖਬਰ ਰਾਹੀਂ। ਓਨਟਾਰੀਓ ਵੱਲੋਂ ਸਾਲ 2021 ਦੌਰਾਨ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਜੋ ਗਿਣਤੀ ਸੂਬੇ ਵੱਲੋਂ ਤੈਅ ਕੀਤੀ ਗਈ ਸੀ, ਉਸ ਤੋਂ ਵਧੇਰੇ ਉਮੀਦਵਾਰਾਂ ਦੀ ਸਾਲ 2021 ਦੌਰਾਨ ਕਿਸਮਤ ਝਾਕੀ ਹੈ। ਜਾਣਕਾਰੀ ਮੁਤਾਬਕ ਓਨਟਾਰੀਓ ਵੱਲੋਂ 2021 ਦੌਰਾਨ 9000 ਇਮੀਗ੍ਰੇਸ਼ਨ ਐਪਲੀਕੈਂਟਸ ਨੂੰ PR ਦੇ ਲਈ ਨੋਮੀਨੇਸ਼ਨ ਦਾ ਮੌਕਾ ਦਿੱਤਾ ਗਿਆ। ਜੋ ਯੋਜਨਾ ਓਨਟਾਰੀਓ ਵੱਲੋਂ ਤਿਆਰ ਕੀਤੀ ਗਈ ਸੀ, ਇਹ ਗਿਣਤੀ ਉਸ ਤੋਂ ਕਿਤੇ ਵੱਧ ਸੀ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ 2021 ਦੌਰਾਨ 8600 ਨਿਊ ਕਮਰਸ ਦਾ ਸਵਾਗਤ ਕੀਤਾ ਜਾਵੇਗਾ। ਇਹ ਐਲਾਨ ਉਨ੍ਹਾਂ ਵੱਲੋਂ ਮਈ ਮਹੀਨੇ ਦੌਰਾਨ ਕੀਤਾ ਗਿਆ ਸੀ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਓਨਟਾਰੀਓ ਵੱਲੋਂ ਤੈਅ ਕੀਤੇ ਗਏ ਉਮੀਦਵਾਰਾਂ ਤੋਂ ਵੱਧ ਨੂੰ ਇਨਵੀਟੇਸ਼ਨ ਦਿੱਤੇ ਗਏ ਹੋਣ। ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ। ਸਾਲ 2020 ਦੌਰਾਨ ਓਨਟਾਰੀਓ ਵੱਲੋਂ 8054 ਪ੍ਰਿੰਸੀਪਲ ਐਪਲੀਕੈਂਟਸ ਨੂੰ ਕੈਨੇਡੀਅਨ PR ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ, ਜਦਕਿ 7350 ਨੂੰ ਇਹ ਮੌਕਾ ਦਿੱਤਾ ਜਾਣਾ ਸੀ। ਜਾਣਕਾਰੀ ਲਈ ਦੱਸ ਦਈਏ ਕਿ 2021 ਦੌਰਾਨ ਓਨਟਾਰੀਓ ਵੱਲੋਂ ਹਿਊਮਨ ਕੈਪੀਟਲ ਪ੍ਰਾਇਓਰਿਟੀ ਸਟਰੀਮ ਅਧੀਨ 6259, ਸਕਿਲਡ ਟ੍ਰੇਡਸ ਸਟਰੀਮ ਅਧੀਨ 1224, ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟਰੀਮ ਅਧੀਨ 651 ਨੂੰ ਇਨਵੀਟੇਸ਼ਨ ਦਿੱਤੇ ਗਏ। ਸਾਲ 2021 ਦੌਰਾਨ EOI ਸਟਰੀਮ ਜ਼ਰੀਏ ਓਨਟਾਰੀਓ ਵੱਲੋਂ ਇੰਪਲੋਇਡ ਜੌਬ ਆਫਰ ਫੋਰਨ ਵਰਕਰ ਸਟਰੀਮ ਅਧੀਨ 2866, ਇੰਪਲੋਇਡ ਜੌਬ ਆਫਰ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਅਧੀਨ 2290, ਇੰਪਲੋਇਡ ਜੌਬ ਆਫਰ ਅਧੀਨ ਇਨ ਡਿਮਾਂਡ ਸਕਿੱਲ ਸਟਰੀਮ ਵਿੱਚ 238, ਮਾਸਟਰਸ ਗ੍ਰੈਜੂਏਟ ਸਟਰੀਮ ਅਧੀਨ 1834, PhD ਗ੍ਰੈਜੂਏਟ ਸਟਰੀਮ ਅਧੀਨ 204 ਇਨਵੀਟੇਸ਼ਨ ਦਿੱਤੇ ਗਏ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਵੇਰੀਐਂਟ ਦਾ ਇੱਕ ਸਬ ਵੇਰੀਐਂਟ ਮਿਲਿਆ ਹੈ, ਉਸ ਬਾਰੇ ਡਾਕਟਰ ਟੀਮ ਵੱਲੋਂ ਅੱਜ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦੱਸਿਆ ਕਿ ਨਵੇਂ ਸਬ ਵੇਰੀਐਂਟ ਦੇ ਉੱਪਰ ਕੈਨੇਡਾ ਵੱਲੋਂ ਲਗਾਤਾਰ ਨਜ਼ਰ ਬਣਾਈ ਹੋਈ ਹੈ। ਇਸ ਨਾਲ ਸੰਬੰਧਿਤ 100 ਤੋਂ ਵੱਧ ਮਾਮਲੇ ਕੈਨੇਡਾ ਵਿੱਚ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਡਾਕਟਰ ਟੀਮ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਕਰੋਨਾ ਵਾਇਰਸ ਦੇ ਤਾਜ਼ਾ ਹਾਲਾਤਾਂ ਨਾਲ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਓਮਿਕਰੌਨ ਸਬ ਵੇਰੀਐਂਟ ਦੇ ਮਾਮਲਿਆਂ ਉੱਪਰ ਉਹਨਾਂ ਵੱਲੋਂ ਨਜ਼ਰ ਬਣਾਈ ਹੋਈ ਹੈ। ਡਾਕਟਰ ਥੇਰੇਸਾ ਟੀਮ ਦੇ ਦੱਸਣ ਮੁਤਾਬਕ ਹੁਣ ਤੱਕ ਕੈਨੇਡਾ ਵਿੱਚ ਇਸ ਸਬ ਵੇਰੀਐਂਟ ਨਾਲ ਸੰਬੰਧਿਤ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਕੈਨੇਡਾ ਵਿੱਚ 100 ਤੋਂ ਵੱਧ ਇਸ ਨਵੇਂ ਓਮਿਕਰੌਨ ਸਬ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਦਰਜ ਕੀਤੇ ਗਏ, ਜਿਸ ਬਾਰੇ ਡਾਕਟਰ ਟੀਮ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਹੋਰ ਇਸ ਵੇਰੀਐਂਟ ਦੇ ਬਾਰੇ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Our National Microbiology Lab, together with provincial and territorial labs, have been tracking this particular sub-lineage, if you like, of Omicron. And we know that we've detected it since November of last year. We're one of the first countries to actually pick up on this variant as well. And we have at least over 100 identifications, 77 of them from the National Microbiology Lab, and some further reporting from provinces and territories as well. We're still learning, of course, about this subvariant. But at the moment, the international data suggests that it could potentially have an increased advantage on spread, but there doesn't seem to be any specific increase in hospitalizations or the severe outcomes compared to BA1. But we'll be tracking that very closely. Well, we're still monitoring this very closely. The vast majority of our identifications are the BA1, but that doesn't mean BA2.2 couldn't pick up later on. There's always a possibility that that could occur, but we don't actually know that yet. At the moment, it's really a BA1 Omicron wave.
Other countries have observed, I think, different trends. Some have seen increases, but not very much. And other countries, such as Denmark, have seen a greater increase. And that could be due to a number of factors, including whether it got introduced into a particular pocket of underprotected populations. So all of that is still being worked out. As I've said, getting to perhaps the peak is one thing, but coming down the other side of the wave includes a lot of people who could get infected, and some of them could potentially be infected with. ਡੈਲਟਾ ਤੋਂ ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਇੱਥੇ ਕਰੋਨਾ ਵਾਇਰਸ ਦੇ ਮੌਜੂਦਾ ਕੀ ਹਾਲਾਤ ਬਣੇ ਹੋਏ ਨੇ। ਜਾਣਕਾਰੀ ਮੁਤਾਬਕ ਇੱਕ ਹਫ਼ਤੇ ਦੇ ਮੁਕਾਬਲੇ ਇਸ ਵਾਰ ਕਰੋਨਾ ਵਾਇਰਸ ਦੇ ਮਾਮਲੇ ਘਟਦੇ ਹੋਏ ਦਿਖਾਈ ਦੇ ਰਹੇ ਨੇ। ਪਿਛਲੇ ਹਫ਼ਤੇ ਦੇ ਮੁਕਾਬਲੇ ਡੈਲਟਾ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ। ਦਰਅਸਲ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਡੈਲਟਾ ਵਿੱਚ ਕਰੋਨਾ ਵਾਇਰਸ ਦੀ ਕੀ ਸਥਿਤੀ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ 16 ਕੇਸਿਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਫਰੇਜ਼ਰ ਹੈਲਥ ਰੀਜਨ ਵਿੱਚ ਪਹਿਲਾਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 5505 ਸੀ, ਜੋ ਕਿ ਹੁਣ 4535 ਦੇ ਉੱਪਰ ਪਹੁੰਚ ਗਈ ਹੈ। ਡਾਟਾ ਦੇ ਵਿੱਚ ਕਮਿਊਨਿਟੀ ਹੈਲਥ ਸਰਵਿਸ ਏਰੀਆਜ਼ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਨਾਰਥ ਡੈਲਟਾ ਅੰਦਰ 32 ਕਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਹੋਏ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਡੈਲਟਾ ਵਿੱਚ 96% ਅਡਲਟਸ ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਇਹ ਗਿਣਤੀ ਉਹਨਾਂ ਦੀ ਦੱਸੀ ਗਈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਹਾਸਲ ਕੀਤੀ ਹੈ ਤੇ 2 ਡੋਜ਼ ਹਾਸਲ ਕਰਨ ਵਾਲਿਆਂ ਦੀ ਗਿਣਤੀ 94% ਹੈ। ਇੱਥੇ 12 ਤੋਂ 17 ਸਾਲ ਵਾਲਿਆਂ ਵਿੱਚ 96% ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਕੀਤੀ। ਇੱਥੇ 96% ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਲਗਵਾਈ ਗਈ ਹੈ ਤੇ 5 ਸਾਲ ਤੋਂ 11 ਸਾਲ ਵਾਲਿਆਂ ਦੇ ਲਈ ਇਹ ਗਿਣਤੀ 57% ਦੀ ਦੱਸੀ ਗਈ। ਇਸ ਤੋਂ ਇਲਾਵਾ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ 95% ਅਜਿਹੇ ਹਨ ਜਿਨ੍ਹਾਂ ਨੇ ਘੱਟੋ-ਘੱਟ ਕੋਵਿਡ-19 ਵੈਕਸੀਨ ਦੀ 1 ਡੋਜ਼ ਹਾਸਲ ਕੀਤੀ। ਡੈਲਟਾ ਵਿੱਚ 18 ਤੋਂ 49 ਸਾਲ ਵਾਲਿਆਂ 'ਚ 97% ਕੋਵਿਡ-19 ਵੈਕਸੀਨ ਹਾਸਲ ਕਰਨ ਵਾਲੇ ਨੇ। NACI ਵੱਲੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਲਗਾਏ ਜਾਣ ਸੰਬੰਧੀ ਸਿਫਾਰਿਸ਼ ਕੀਤੀ ਗਈ ਹੈ। NACI ਦਾ ਕਹਿਣਾ ਹੈ ਕਿ ਜਿਹੜੇ ਕਮਜ਼ੋਰ ਇਮਿਊਨਿਟੀ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਜਾਣੀ ਕਿ ਬੂਸਟਰ ਸ਼ਾਟ ਲਗਾਇਆ ਜਾਣਾ ਚਾਹੀਦਾ ਹੈ। ਇਸ ਬਾਰੇ ਡਾਕਟਰ ਟੀਮ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕੈਨੇਡਾ ਵਿੱਚ ਹੁਣ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਲਗਾਈ ਜਾ ਸਕਦੀ ਹੈ। ਇਸ ਬਾਰੇ NACI ਵੱਲੋਂ ਰეკਮੈਂਡੇਸ਼ਨ ਜਾਰੀ ਕੀਤੀ ਗਈ। ਜੀ ਹਾਂ, ਤਾਜ਼ਾ ਜਾਣਕਾਰੀ ਮੁਤਾਬਕ ਜਿਹੜੇ ਕਮਜ਼ੋਰ ਇਮਿਊਨਿਟੀ ਵਾਲੇ ਬੱਚੇ ਨੇ ਉਹਨਾਂ ਨੂੰ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਵਾਸਤੇ ਸਿਫਾਰਿਸ਼ ਕੀਤੀ ਗਈ। ਇਸ ਬਾਰੇ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੀਮ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਜਿਹੜੇ 5 ਸਾਲ ਤੋਂ 11 ਸਾਲ ਦੀ ਉਮਰ ਵਾਲੇ ਕਮਜ਼ੋਰ ਇਮਿਊਨਿਟੀ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਲਗਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਤੰਬਰ ਮਹੀਨੇ ਦੌਰਾਨ NACI ਵੱਲੋਂ ਘੱਟ ਇਮਿਊਨਿਟੀ ਵਾਲੇ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਦੀ ਸਿਫਾਰਿਸ਼ ਕੀਤੀ ਗਈ ਸੀ। ਕਮੇਟੀ ਵੱਲੋਂ ਕਿਹਾ ਗਿਆ ਸੀ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਜਿਹੜੀ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਜਾਣੀ ਕਿ ਬੂਸਟਰ ਸ਼ਾਟ ਲਗਾਇਆ ਜਾਣਾ ਹੈ ਉਹ ਬਾਇਓਟੈਕ ਦੀ mRNA ਵੈਕਸੀਨ ਹੋਣੀ ਚਾਹੀਦੀ ਹੈ। NACI ਦੇ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਬੱਚਿਆਂ ਨੂੰ ਘੱਟ ਇਮਿਊਨਿਟੀ ਵਾਲੀ ਕੈਟਾਗਰੀ ਵਿੱਚ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦਾ ਟਿਊਮਰ ਜਾਂ ਕਿਸੇ ਕਿਸਮ ਦਾ ਬਲੱਡ ਕੈਂਸਰ ਦਾ ਇਲਾਜ ਚੱਲ ਰਿਹਾ ਹੋਵੇ, ਜਿਨ੍ਹਾਂ ਬੱਚਿਆਂ ਦਾ ਆਰਗਨ ਟ੍ਰਾਂਸਪਲਾਂਟ ਕਰਵਾਉਣ ਵਾਲਾ ਹੋਵੇ। ਦੱਸੀਏ ਕਿ ਕੈਨੇਡਾ ਵਿੱਚ ਕਈ ਅਜਿਹੇ ਕੈਨੇਡੀਅਨਸ ਨੇ ਜਿਹੜੇ ਕੋਵਿਡ-19 ਬੂਸਟਰ ਸ਼ਾਟ ਹਾਸਲ ਕਰ ਰਹੇ ਹਨ। ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ, ਕਿਉਂਕਿ ਕੈਨੇਡੀਅਨਸ ਨੂੰ ਲਗਾਤਾਰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਜ਼ਰੂਰ ਲਗਵਾਉਣ। ਕਰੋਨਾ ਵਾਇਰਸ ਦੇ ਜੋ ਹਾਲਾਤ ਬਣੇ ਹੋਏ ਸਨ, ਇਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਸੂਬਿਆਂ ਵੱਲੋਂ ਪਾਬੰਦੀਆਂ ਕੀਤੀਆਂ ਗਈਆਂ ਸਨ, ਪਰ ਹੁਣ ਇਹਨਾਂ ਪ੍ਰੋਵਿੰਸਸ ਵੱਲੋਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਸੂਬਿਆਂ ਵਿੱਚ ਕੀ ਹਾਲਾਤ ਨੇ, ਇਸ ਬਾਰੇ ਵੀ ਇਨਫੋਰਮੇਸ਼ਨ ਸਾਹਮਣੇ ਆਈ ਹੈ। ਜਾਣੋ ਕਿਸ ਸੂਬੇ ਵੱਲੋਂ ਹੁਣ ਕਿਹੜੀ ਰਾਹਤ ਤੇ ਕਦੋਂ ਤੋਂ ਇਹ ਰਾਹਤ ਦਿੱਤੀ ਜਾ ਰਹੀ ਹੈ। ਕੈਨੇਡਾ ਵਿੱਚ ਜੋ ਪਿਛਲੇ ਦਿਨੀ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਸਨ, ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਵੱਲੋਂ ਇੱਥੇ ਸਖਤੀਆਂ ਕੀਤੀਆਂ ਗਈਆਂ ਤੇ ਹੁਣ ਕਈ ਸੂਬਿਆਂ ਵੱਲੋਂ ਇਹਨਾਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਸ ਬਾਰੇ ਸਸਕੈਚੁਆਨ ਸਰਕਾਰ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਾਬਕ ਇੱਥੇ ਆਈਸੋਲੇਸ਼ਨ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ, ਜਾਣੀ ਕਿ ਇਹਨਾਂ ਨਿਯਮਾਂ ਵਿੱਚ ਰਾਹਤ ਦਿੱਤੀ ਜਾਣ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ। ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜੇਕਰ ਕੋਈ ਕਿਸੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਹੁਣ ਸੈਲਫ ਆਈਸੋਲੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ। ਓਨਟਾਰੀਓ ਵਿੱਚ ਸੋਮਵਾਰ ਤੋਂ ਸਿਨੇਮਾ, ਥੀਏਟਰ, ਐਰੀਨਾ ਤੇ ਕਨਸਰਟ ਮੁੜ ਤੋਂ ਖੁੱਲ੍ਹਣ ਜਾ ਰਹੇ ਹਨ, ਪਰ ਇਹਨਾਂ ਸਭ ਨੂੰ ਕੈਪੈਸਿਟੀ ਲਿਮਿਟ ਦੇ ਨਾਲ ਮੁੜ ਤੋਂ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਰੈਸਟੋਰੈਂਟ ਵਿੱਚ ਇੰਡੋਰ ਡਾਈਨਿੰਗ ਦੀ ਇਜਾਜ਼ਤ ਹੋਵੇਗੀ, ਜਿਸ ਦੀ ਜਾਣਕਾਰੀ ਹਾਲ ਹੀ ਵਿੱਚ ਪ੍ਰੀਮੀਅਰ ਡਗਫੋਰਡ ਵੱਲੋਂ ਸਾਂਝੀ ਕੀਤੀ ਗਈ ਸੀ। ਨਿਊ ਬਰਨਸਵਿਕ ਦੇ ਵਿੱਚ ਮੁੜ ਤੋਂ ਇੰਡੋਰ ਡਾਈਨਿੰਗ ਰੈਸਟੋਰੈਂਟ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਪਰ ਇਸ ਦੇ ਉੱਪਰ ਕੈਪੈਸਿਟੀ ਲਿਮਿਟ ਜਾਰੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਸੋਮਵਾਰ ਤੋਂ ਬੱਚੇ ਇਨ ਪਰਸਨ ਕਲਾਸਿਸ ਲਗਾਉਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਖੁਦ ਨੂੰ ਸੈਲਫ ਆਈਸੋਲੇਟ ਕੀਤਾ ਹੋਇਆ ਹੈ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਂਝੀ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਵਿੱਚ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਜਾਣੋ ਇਸ ਖਬਰ ਰਾਹੀਂ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਪੀਐਨਪੀ ਡਰਾਅ ਕੱਢਿਆ ਗਿਆ ਉਸ ਵਿੱਚ 200 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਡਰਾਅ ਦਾ ਐਲਾਨ 25 ਜਨਵਰੀ ਨੂੰ ਕੀਤਾ ਗਿਆ, ਜਿਸ ਵਿੱਚ 299 ਉਮੀਦਵਾਰਾਂ ਦੀ ਕਿਸਮਤ ਜਾਗੀ। ਪ੍ਰੋਵਿੰਸ ਵੱਲੋਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦੇ ਜ਼ਰੀਏ 2 ਡਰਾਅ ਕੱਢੇ ਗਏ, ਜਿਸ ਵਿੱਚ ਸਕਿੱਲਜ਼ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟਰੀਮਸ ਅਧੀਨ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਣੀ ਕਿ ਸੱਦੇ ਹਾਸਿਲ ਹੋਏ ਉਹ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟੇਗਰੀਜ਼ ਦੇ ਵਿੱਚੋਂ ਸਨ। ਜ਼ਿਆਦਾਤਰ ਸੱਦੇ ਜਾਣੀ ਕਿ 264 ਜਨਰਲ ਡਰਾਅ ਦੇ ਰਾਹੀਂ ਦਿੱਤੇ ਗਏ। ਇਸ ਵਾਸਤੇ ਉਮੀਦਵਾਰਾਂ ਕੋਲ ਘੱਟੋ-ਘੱਟ 77 ਤੋਂ 114 ਦੇ ਵਿਚਕਾਰ ਸਕੋਰਸ ਹੋਣੇ ਜ਼ਰੂਰੀ ਸਨ। ਜ਼ਿਕਰਯੋਗ ਹੈ ਕਿ ਪਿਛਲੇ ਫਰਵਰੀ ਮਹੀਨੇ ਤੋਂ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ ਸੈਪਰੇਟ ਰਾਉਂਡ ਆਫ ਇਨਵੀਟੇਸ਼ਨ ਕੱਢੇ ਜਾ ਰਹੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਹੁਣ ਤੱਕ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਾਮਲੇ ਦਰਜ ਕੀਤੇ ਜਾ ਰਹੇ ਨੇ। ਓਨਟਾਰੀਓ ਅਤੇ ਕਿਊਬੈਕ ਵਿੱਚ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਇਸ ਬਾਰੇ ਕੀ 24 ਘੰਟਿਆਂ ਦੌਰਾਨ ਜਾਣਕਾਰੀ ਸਾਹਮਣੇ ਆਈ ਤੇ ਕੈਨੇਡਾ ਵਿੱਚ ਕੀ ਕੋਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 3000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ। ਸ਼ੁੱਕਰਵਾਰ ਜਾਣੀ ਕਿ ਬੀਤੇ 24 ਘੰਟਿਆਂ ਦੌਰਾਨ ਇੱਥੇ 3535 ਮਾਮਲੇ ਦਰਜ ਕੀਤੇ ਗਏ ਅਤੇ 607 ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ। ਇਨ੍ਹਾਂ ਵਿੱਚੋਂ 82% ਉਹ ਹਨ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ 18% ਉਹ ਹਨ ਜਿਨ੍ਹਾਂ ਨੂੰ ਕਿਸੇ ਹੋਰ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਇਨ੍ਹਾਂ ਵਿੱਚ 833 ਅਨਵੈਕਸੀਨੇਟਡ, 181 ਪਾਰਸ਼ਲੀ ਵੈਕਸੀਨੇਟਡ, 3806 ਫੁੱਲੀ ਵੈਕਸੀਨੇਟਡ ਸ਼ਾਮਲ ਹਨ ਤੇ 517 ਅਜਿਹੇ ਨੇ ਜਿਨ੍ਹਾਂ ਦੇ ਵੈਕਸੀਨੇਸ਼ਨ ਸਟੇਟਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਸੂਬੇ ਵਿੱਚ ਹੁਣ ਤੱਕ 9,98,701 ਰਿਕਵਰੀਜ਼ ਦਰਜ ਕੀਤੀਆਂ ਜਾ ਚੁੱਕੀਆਂ ਨੇ। ਵੈਕਸੀਨੇਸ਼ਨ ਦੇ ਬਾਰੇ ਆਈ ਜਾਣਕਾਰੀ ਮੁਤਾਬਕ ਇਸ ਸਮੇਂ ਪ੍ਰੋਵਿੰਸ ਵਿੱਚ 99.1% ਦੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਡ ਹੈ ਅਤੇ 91.8% ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ। ਤੀਜਾ ਡੋਜ਼ ਹਾਸਲ ਕਰਨ ਵਾਲਿਆਂ ਦੀ ਗਿਣਤੀ 48.4% ਦੇ ਕਰੀਬ ਦੱਸੀ ਗਈ ਹੈ। 5 ਸਾਲ ਤੋਂ 11 ਸਾਲ ਦੀ ਉਮਰ ਵਾਲਿਆਂ ਵਿੱਚੋਂ 52.9% ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 14.2% ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। ਇਸ ਸੂਬੇ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 14.4% ਦੱਸਿਆ ਗਿਆ। ਕਿਊਬੈਕ ਵਿੱਚ 24 ਘੰਟਿਆਂ ਦੌਰਾਨ 3600 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 48 ਮੌਤਾਂ ਇਸ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਕਿਊਬੈਕ ਵਿੱਚ 3153 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 235 ਇੰਟੈਂਸਿਵ ਕੇਅਰ ਅਧੀਨ ਦਰਜ ਕਰਵਾਏ ਗਏ। ਹੁਣ ਤੱਕ ਸੂਬੇ ਵਿੱਚ ਕੁੱਲ 8,49,520 ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। 13,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਸੂਬੇ ਵਿੱਚ ਵੈਕਸੀਨੇਸ਼ਨ ਰੇਟ ਦੇ ਬਾਰੇ ਆਈ ਜਾਣਕਾਰੀ ਮੁਤਾਬਕ 90% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ ਹੈ ਤੇ 2 ਡੋਜ਼ ਹਾਸਲ ਕਰਨ ਵਾਲਿਆਂ ਦੀ ਗਿਣਤੀ 83% ਦੇ ਕਰੀਬ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਹਾਸਲ ਕੀਤਾ ਉਹਨਾਂ ਦੀ ਗਿਣਤੀ 42% ਹੈ। ਕੈਨੇਡਾ ਵਿੱਚ ਹੁਣ ਤੱਕ 29 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਐਕਟਿਵ ਕੇਸਿਸ ਦੀ ਗਿਣਤੀ 2,32,728 ਦੇ ਕਰੀਬ ਹੈ।
ਇਸ ਤੋਂ ਇਲਾਵਾ ਕੈਨੇਡਾ ਵਿੱਚ 27 ਲੱਖ ਤੋਂ ਵੱਧ ਰਿਕਵਰਡ ਕੇਸਿਸ ਦਾ ਅੰਕੜਾ ਹੈ। ਕੈਨੇਡਾ 'ਚ ਕੋਰੋਨਾ ਵਾਇਰਸ ਕਾਰਨ 33,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਭਾਰਤੀ ਯਾਤਰੀਆਂ ਨੂੰ ਮਿਲੀ ਰਾਹਤ। ਸਰਕਾਰ ਨੇ ਟੈਸਟ ਵਿੱਚ ਕੀਤਾ ਰਾਹਤ ਦਾ ਐਲਾਨ। ਟਰੱਕ ਵਾਲਿਆਂ ਦਾ ਪ੍ਰਦਰਸ਼ਨ ਜਾਰੀ। ਜਾਣੋ ਇਸ ਬਾਰੇ ਤਾਜ਼ਾ ਅਪਡੇਟ। ਕੈਨੇਡਾ ਵਾਸੀ ਹੋ ਜਾਓ ਤਿਆਰ, ਗੈਸ ਦੀਆਂ ਕੀਮਤਾਂ ਵਿੱਚ ਹੋ ਸਕਦਾ ਹੈ ਵਾਧਾ। ਸਨਵਿੰਗ ਫਲਾਈਟ ਪਾਰਟੀ ਮਾਮਲਾ, ਜਾਣੋ ਕਿਸਨੇ ਮੰਗੀ ਮੁਆਫੀ। ਪਾਬੰਦੀਆਂ ਹਟਾਉਣ ਲੱਗੇ ਸੂਬੇ, ਜਾਣੋ ਕੀ ਹੈ ਇਸ ਦੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।